तेग बहादुर कॉलेज फॉर वूमेन ਦੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ BA ਫਸਟ ਈਅਰ ਦੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਨਾਲ ਰਿਲੇਟਡ ਕਲਾਸ ਹੈ ਜਿਹੜੀ ਉਹ ਲਗਾਉਣ ਜਾ ਰਹੇ ਹਾਂ, ਜਿਹਦੀ ਆਪਾਂ ਨੇ ਪਹਿਲਾਂ ਵੀ ਵੀਡੀਓ ਕੀਤੀ ਸੀ। ਥਰਡ ਚੈਪਟਰ ਕਰ ਰਹੇ ਹਾਂ ਆਪਾਂ। ਫਿਜ਼ੀਕਲ ਐਜੂਕੇਸ਼ਨ ਦਾ ਮਹੱਤਵ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਕਿੱਦਾਂ ਦਾ ਸੀਗਾ। ਪਹਿਲਾਂ ਆਪਾਂ ਪੜ੍ਹਿਆ ਕਿ ਆਜ਼ਾਦੀ ਤੋਂ ਪਹਿਲਾਂ ਐਂਸ਼ੀਅੰਟ ਇੰਡੀਆ, ਮੈਡੀਵਲ ਅਤੇ ਮਾਡਰਨ ਏਜ ਦੇ ਵਿੱਚ ਕਿੱਦਾਂ ਫਿਜ਼ੀਕਲ ਐਜੂਕੇਸ਼ਨ ਤਰੱਕੀ ਕਰਦੀ ਹੈ, ਲੇਕਿਨ 1947 ਤੋਂ ਬਾਅਦ ਕਿੱਦਾਂ ਦੀਆਂ ਸੰਸਥਾਵਾਂ ਹੋਂਦ ਦੇ ਵਿੱਚ ਆਈਆਂ ਜਿਹਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਨੂੰ ਉੱਪਰ ਚੱਕਿਆ ਜਾਂਦਾ ਹੈ। ਪਹਿਲਾਂ ਸਿਰਫ ਸੈਨਿਕਾਂ ਤੱਕ ਸੀਮਿਤ ਸੀਗਾ ਪ੍ਰਾਚੀਨ ਕਾਲ ਦੇ ਵਿੱਚ, ਅਤੇ ਮੱਧ ਕਾਲ ਦੇ ਵਿੱਚ ਉਹੀ ਪਰੰਪਰਾ ਥੋੜ੍ਹਾ ਅੱਗੇ ਵਧੀ, ਲੇਕਿਨ ਮਾਡਰਨ ਦੇ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਕੀਤਾ ਅਤੇ ਫਿਜ਼ੀਕਲ ਐਜੂਕੇਸ਼ਨ ਸਰੀਰ ਨਾਲ ਸੰਬੰਧਿਤ ਅਨੇਕਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਐਜੂਕੇਸ਼ਨ ਰਾਹੀਂ ਦੇਣ ਦੇ ਪ੍ਰਯਤਨ ਕੀਤੇ ਜਾਂਦੇ ਨੇ। ਅੱਗੇ ਆਪਾਂ ਪੜ੍ਹ ਰਹੇ ਸੀਗੇ ਇਸ ਚੈਪਟਰ ਦੇ ਵਿੱਚ। ਫਿਰ 1947 ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਦੀ ਸਰਕਾਰ ਦੇ ਵੱਲੋਂ ਵੀ ਆਪਣੇ ਦੇਸ਼ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਨਾਲ ਸੰਬੰਧਿਤ ਅਨੇਕਾਂ ਤਰ੍ਹਾਂ ਦੇ ਸਕੂਲ, ਕਾਲਜ ਸਥਾਪਿਤ ਕੀਤੇ ਗਏ, ਜਿਨ੍ਹਾਂ ਦਾ ਉਦੇਸ਼ ਸੀਗਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੇ ਸਰੀਰ ਦੀ ਸਿੱਖਿਆ ਪ੍ਰਤੀ ਤੰਦਰੁਸਤ ਅਤੇ ਰਿਸ਼ਟ ਪੁਸ਼ਟ ਰੱਖਣ ਦੇ ਲਈ, ਤਾਕਤਵਰ ਬਣਾਉਣ ਦੇ ਲਈ ਉਹਨਾਂ ਨਾਲ ਸੰਬੰਧਿਤ ਕੰਮ ਕਾਜ ਨੇ ਜਿਹੜੇ, ਜਾਂ ਸਕੂਲ ਕਾਲਜਾਂ ਦੇ ਰਾਹੀਂ ਸਿਲੇਬਸ ਬਣਾ ਕੇ ਪੜ੍ਹਾਉਣ ਦਾ ਜਿਹੜਾ ਟੀਚਾ ਬਣਾਇਆ। ਅਤੇ ਫਿਰ ਸਪੋਰਟਸ ਨੂੰ ਹੀ ਨੌਕਰੀ ਪ੍ਰਾਪਤ ਕਰਨ ਦੇ ਪ੍ਰਯਤਨਾਂ ਦੇ ਵਿੱਚ ਪੇਸ਼ਾਵਰ ਰੂਪ ਦਿੱਤਾ, ਜਿਹਦੇ ਕਾਰਨ ਫਿਜ਼ੀਕਲ ਐਜੂਕੇਸ਼ਨ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਹਰ ਇੱਕ ਪੱਧਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਣ ਲੱਗ ਪਿਆ। ਅਤੇ ਫਿਰ ਰਾਸ਼ਟਰੀ ਖੇਡ ਦਿਵਸ ਭਾਰਤ ਦੇ ਵਿੱਚ ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਵਾਲੀਬਾਲ, ਐਥਲੈਟਿਕਸ ਅਨੇਕਾਂ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਸੰਬੰਧਿਤ ਅਕੈਡਮੀਆਂ ਹੋਂਦ 'ਚ ਆਉਂਦੀਆਂ ਨੇ। ਨੇਤਾ ਜੀ NIS ਪਟਿਆਲਾ ਵਰਗੀਆਂ ਸੰਸਥਾਵਾਂ ਹੋਂਦ ਦੇ ਵਿੱਚ ਆਈਆਂ, ਜਿਹੜੀਆਂ ਇਹਨਾਂ ਖੇਡਾਂ ਨੂੰ ਪ੍ਰਮੋਟ ਕਰਦੀਆਂ ਨੇ। ਮੁੱਖ ਸੰਸਦ ਆਪਣਾ ਉਦੇਸ਼ ਪੜ੍ਹਿਆ ਸੀਗਾ ਕਿ ਵਧੀਆ ਕਿਸਮ ਦੇ ਕੋਚ ਪੈਦਾ ਕਰਨਾ ਇਹਨਾਂ ਦਾ ਮੁੱਖ ਪੇਸ਼ਾ ਰਿਹਾ। ਅੱਗੇ ਆਪਾਂ ਪੜ੍ਹਦੇ ਹਾਂ ਅੱਜ ਭਾਰਤੀ ਖੇਡ ਅਥਾਰਟੀ SAI, ਸਪੋਰਟਸ ਅਥਾਰਟੀ ਆਫ ਇੰਡੀਆ, SAI ਕੀ ਹੈ। ਕਹਿੰਦੇ SAI ਭਾਰਤੀ ਖੇਡ ਅਥਾਰਟੀ ਨੂੰ ਕਿਹਾ ਜਾਂਦਾ ਹੈ, ਜਿਹਦਾ ਜੇ ਆਪਾਂ ਦੇਖੀਏ ਹਰ ਇੱਕ ਮਸਲਾ ਖੇਡਾਂ ਨਾਲ ਜੁੜਿਆ ਹੋਇਆ ਇਸ ਸੰਸਥਾ ਦੇ ਵਿੱਚ ਹੱਲ ਹੁੰਦਾ ਹੈ। 1982 ਦੀ 9ਵੀਂ ਏਸ਼ੀਅਨ ਖੇਡਾਂ ਜਦੋਂ ਦਿੱਲੀ 'ਚ ਹੋਈਆਂ, ਉਸ ਤੋਂ ਬਾਅਦ ਭਾਰਤ ਦੇ ਵਿੱਚ ਇਹਨਾਂ ਖੇਡਾਂ ਨੂੰ ਸਰਵਉੱਚ ਬਣਾਉਣ ਦਾ ਫੈਸਲਾ ਲਿਆ ਜਾਂਦਾ ਹੈ, ਅਤੇ ਫਿਰ ਇਹ ਸੰਸਥਾ ਸੀ ਜਿਹੜੀ SAI ਹੋਂਦ 'ਚ ਆਈ। ਇਹ ਸੁਸਾਇਟੀ ਐਕਟ ਦੇ ਅਧੀਨ ਇਸ ਨੂੰ ਰਜਿਸਟਰਡ ਕਰਾਇਆ ਜਾਂਦਾ ਸੀ। 1984 ਦੇ ਵਿੱਚ ਇਸ ਦਾ ਕੰਮ ਕਾਜ ਸੀ ਜਿਹੜਾ ਉਹ ਸੰਭਾਲਿਆ ਗਿਆ। ਸਰਕਾਰੀ ਸੰਸਥਾ SAI ਦੇ ਅਧੀਨ ਇਹਦਾ ਮੁੱਖ ਦਫ਼ਤਰ ਨਹਿਰੂ ਸਟੇਡੀਅਮ ਦਿੱਲੀ ਦੇ ਵਿੱਚ ਸਥਾਪਿਤ ਕੀਤਾ ਗਿਆ। ਇਹਦੇ ਉਦੇਸ਼ ਕੀ ਸੀ? ਆਬਜੈਕਟਿਵਸ ਆਫ SAI ਹਰ ਪੱਧਰ ਦੇ ਉੱਤੇ ਭਾਰਤ ਵਿੱਚ ਖੇਡਾਂ ਦੇ ਮਿਆਰ ਨੂੰ ਸੁਧਾਰਨਾ, ਖੇਡਾਂ ਦਾ ਮਿਆਰ ਉੱਚਾ ਚੁੱਕਣ ਦੇ ਲਈ ਖੇਡ ਵਿਗਿਆਨ, ਖੇਡਾਂ ਨਾਲ ਸੰਬੰਧਿਤ ਨਵੀਆਂ ਖੋਜਾਂ ਨੇ ਜਿਹੜੀਆਂ ਉਹ ਕਰਵਾਉਣੀਆਂ। SAI ਦੀ ਜਾਇਦਾਦ ਜਿਵੇਂ ਖੇਡ ਨੇ, ਖੇਡ ਦੇ ਮੈਦਾਨ ਨੇ, ਸਟੇਡੀਅਮ ਨੇ, ਉਹਨਾਂ ਦੀ ਦੇਖਭਾਲ ਕਰਨੀ, ਉਹਨਾਂ ਦੀ ਉਸਾਰੀ ਕਰਾਉਣੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਟੂਰਨਾਮੈਂਟ ਕਰਾਉਣੇ, ਜਾਂ ਜੋ ਟੂਰਨਾਮੈਂਟ ਕਰਵਾਉਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਮਦਦ ਦੇਣਾ, ਖੇਡਾਂ ਦਾ ਆਧੁਨਿਕ ਸਾਜੋ ਸਮਾਨ ਖਿਡਾਰੀਆਂ ਨੂੰ ਮੁਹੱਈਆ ਕਰਾਉਣਾ, ਉੱਚੇ ਦਰਜੇ ਦੇ ਸਮਾਨ ਬਣਾਉਣ ਦੀ ਅਗਵਾਈ ਕਰਨੀ, ਸਮੁੱਚੇ ਭਾਰਤ ਦੇ ਵਿੱਚ ਲੋੜ ਮੁਤਾਬਕ ਵੱਖ-ਵੱਖ ਕੋਚਾਂ ਨੂੰ ਤਾਇਨਾਤ ਕਰਨਾ, ਉਹਨਾਂ ਦੀ ਨਵੀਂ ਭਰਤੀ ਕਰਨੀ, ਰਾਜ ਸਰਕਾਰਾਂ, ਫੈਡਰੇਸ਼ਨਾਂ, ਐਸੋਸੀਏਸ਼ਨਾਂ ਦੀ ਲੋੜ ਮੁਤਾਬਕ ਵਿੱਤੀ ਮਦਦ ਕਰਨੀ। ਭਾਵ ਜੋ ਵੀ ਰਾਜ ਸਰਕਾਰਾਂ, ਫੈਡਰੇਸ਼ਨਾਂ ਜਾਂ ਐਸੋਸੀਏਸ਼ਨਾਂ ਫਿਜ਼ੀਕਲ ਐਜੂਕੇਸ਼ਨ ਨੂੰ, ਖੇਡਾਂ ਨੂੰ ਉੱਪਰ ਚੁੱਕਣ ਦੇ ਲਈ ਪ੍ਰਯਤਨ ਕਰਦੀਆਂ ਨੇ, ਲੋੜ ਮੁਤਾਬਕ ਉਹਨਾਂ ਸੰਸਥਾਵਾਂ ਦੀ ਵਿੱਤੀ ਮਦਦ ਕਰਨੀ। ਖੇਡਾਂ ਦੇ ਖੇਤਰ ਦੇ ਵਿੱਚ ਨਵੀਆਂ ਖੋਜਾਂ ਕਰਵਾਉਣੀਆਂ, ਸੈਮੀਨਾਰ ਕਰਵਾਉਣੇ, ਵਰਕਸ਼ਾਪ ਲਾਉਣੀਆਂ, ਰਿਫਰੈਸ਼ਰ ਕੋਰਸ ਕਰਵਾਉਣੇ, ਜਿਹਦੇ ਦੇ ਵਿੱਚ ਸੈਮੀਨਾਰਾਂ ਦੇ ਰਾਹੀਂ, ਵਰਕਸ਼ਾਪਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਫਿਜ਼ੀਕਲ ਐਜੂਕੇਸ਼ਨ ਦੀ ਮਹੱਤਤਾ ਦਰਸਾਉਣੀ, ਰਿਫਰੈਸ਼ਰ ਵਿਦਿਆਰਥੀਆਂ ਨੂੰ ਫਿਜ਼ੀਕਲ ਐਜੂਕੇਸ਼ਨ ਦੇ ਗੁਣਾਂ ਬਾਰੇ ਦੱਸਣਾ, ਖੇਡਾਂ ਦੇਸ਼ ਦੇ ਵਿੱਚ ਖੇਡਾਂ ਦੇ ਵਿਕਾਸ ਦੇ ਲਈ ਢੁਕਵੀਆਂ ਥਾਵਾਂ ਅਤੇ ਕੇਂਦਰ ਕਾਇਮ ਕਰਨੇ,
ਟੂਰਨਾਮੈਂਟ, ਕੋਚਿੰਗ ਕੈਂਪ, ਨੁਮਾਇਸ਼ੀ ਮੈਚ ਆਦਿ ਦਾ ਸੰਚਾਲਨ ਕਰਨਾ ਅਤੇ ਵੱਖ-ਵੱਖ ਖੇਡਾਂ ਦੇ ਵਿੱਚ ਆਧੁਨਿਕ ਕਿਸਮ ਦੀ ਕੋਚਿੰਗ ਹੈ ਜਿਹੜੀ ਉਹ ਪ੍ਰਦਾਨ ਕਰਾਉਣੀ, ਇਹ ਸਾਏ ਦੇ ਅਧੀਨ ਆਉਂਦਾ ਹੈ। ਰਾਜ ਸਰਕਾਰਾਂ, ਸੂਬਾਈ ਖੇਡ ਕੌਂਸਲਾਂ, ਕੌਮੀ ਖੇਡ ਫੈਡਰੇਸ਼ਨਾਂ, ਕੌਮਾਂਤਰੀ ਸੰਸਥਾਵਾਂ ਦੇ ਵਿੱਚ ਤਾਲਮੇਲ ਪੈਦਾ ਕਰਕੇ ਚੱਲ ਜਾਂ ਅਚਲ ਜਾਇਦਾਦ ਨਾਲ ਹਾਸਲ ਕਰਨੀ ਜਾਂ ਖਰੀਦਣੀ, ਇਸ ਤਰ੍ਹਾਂ ਦੀਆਂ ਖੇਡਾਂ ਸਾਏ ਦੇ ਵੱਲੋਂ ਪ੍ਰਯਤਨ ਕੀਤੇ ਜਾਂਦੇ ਨੇ, ਜਿਹਦੇ ਵਿੱਚ ਚੱਲ ਤਰ੍ਹਾਂ ਦੀਆਂ ਜਾਇਦਾਦਾਂ ਜਾਂ ਜਿਨ ਭੂਮੀ ਦੇ ਤੌਰ 'ਤੇ, ਪੈਸੇ ਦੇ ਤੌਰ 'ਤੇ ਜਾਇਦਾਦਾਂ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਖੇਡਾਂ ਦੇ ਨਾਲ ਸੰਬੰਧਿਤ ਕੰਮ ਕਾਜ ਕਰਦੀਆਂ ਨੇ। ਸਾਏ ਦਾ ਖੇਤਰ ਕੀ ਹੈ? 2 ਪ੍ਰਮੁੱਖ ਬੋਡੀਜ਼ ਮੰਨੀਆਂ ਜਾਂਦੀਆਂ ਨੇ ਸਾਏ ਦੀਆਂ। ਪਹਿਲੀ ਜਰਨਲ ਬੋਡੀ, ਜਿਹਦੇ 'ਚ 43 ਮੈਂਬਰ ਹੁੰਦੇ ਨੇ, ਇਸ ਦਾ ਪ੍ਰਧਾਨ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ। ਦੂਸਰੀ ਗਵਰਨਿੰਗ ਬੋਡੀ ਦੇ 28 ਮੈਂਬਰ ਹੁੰਦੇ ਨੇ, ਇਸ ਦਾ ਪ੍ਰਧਾਨ ਕੇਂਦਰੀ ਮਨੁੱਖੀ ਸਾਧਨਾਂ ਦਾ ਵਿਕਾਸ ਮੰਤਰੀ ਹੁੰਦਾ ਹੈ, ਜਿਸ ਨੂੰ HRD ਮਿਨਿਸਟਰ ਕਹਿੰਦੇ ਆ। ਉਪ ਪ੍ਰਧਾਨ ਯੁਵਾ ਭਲਾਈ ਖੇਡ ਮੰਤਰੀ ਹੁੰਦਾ ਹੈ। ਸਾਏ ਦਾ ਸਾਰਾ ਪ੍ਰਬੰਧ ਹੈ ਜਿਹੜਾ ਯੁਵਾ ਮਾਮਲਿਆਂ ਖੇਡ ਮੰਤਰੀਆਂ ਦੇ ਅਧੀਨ ਆਉਂਦਾ ਹੈ। ਸਾਏ ਦਾ ਆਪਣਾ ਡਾਇਰੈਕਟਰ ਜਨਰਲ ਆਫ ਸਾਏ ਹੁੰਦਾ ਹੈ, ਜਿਸ ਅਧੀਨ ਇਹ ਸਾਰੀ ਸੰਸਥਾ ਕੰਮ ਕਰਦੀ ਹੈ, ਅਤੇ ਜਿਸ ਤਰ੍ਹਾਂ ਸਾਏ ਦਾ ਕਾਰਜ ਭਾਗ ਚੱਲਦਾ ਉਸ ਦਾ ਖਰੜਾ ਵੀ ਤਰਤੀਬ ਅਕੋਰਡਿੰਗ ਤਿਆਰ ਕੀਤਾ ਜਾਂਦਾ ਹੈ। ਪਹਿਲਾਂ ਅਕਾਦਮਿਕ ਵਿੰਗ ਦੀ ਗੱਲ ਕਰਦੇ ਹਾਂ। ਇਸ ਵਿੰਗ ਦੇ ਅਧੀਨ ਖੇਡਾਂ, ਸਰੀਰਕ ਸਿੱਖਿਆ ਅਤੇ ਕੋਚਿੰਗ ਦੇ ਵਿੰਗ ਆਉਂਦੇ ਨੇ। ਕੋਚਿੰਗ ਵਿੰਗ ਦੇ ਵਿੱਚ ਮੁੱਖ ਵਿਸ਼ਾ ਹੁੰਦਾ ਕੋਚ ਤਿਆਰ ਕਰਨਾ, ਜਿਸ ਦੇ ਵਿੱਚ ਸਰਟੀਫਿਕੇਟ ਕੋਰਸ 40 ਦਿਨ, ਰੈਗੂਲਰ ਕੋਰਸ 40 ਦਿਨ, ਰੈਗੂਲਰ ਕੋਰਸ 9 ਮਹੀਨੇ, ਮਾਸਟਰ ਆਫ ਸਪੋਰਟਸ 2 ਸਾਲ ਦੇ ਇਸ ਵਿੰਗ ਦੇ ਅਧੀਨ 4 ਖੇਤਰੀ ਅਦਾਰੇ ਨੇ ਜਿਹੜੇ ਬਣਾਏ ਜਾਂਦੇ ਨੇ। ਸਪੋਰਟਸ ਮੈਡੀਸਨ ਵਿਸ਼ੇ ਦੇ 2 ਸਾਲਾ ਕੋਰਸ, ਇਸ ਦੇ ਅਧੀਨ 6 ਹਫ਼ਤਿਆਂ ਦਾ ਸਰਟੀਫਿਕੇਟ ਕੋਰਸ ਦਿੱਤਾ ਜਾਂਦਾ ਹੈ। ਨੌਕਰੀਸ਼ੁਦਾ ਕੋਚਾਂ ਦੇ ਲਈ ਰਿਫਰੈਸ਼ ਕੋਰਸ, ਸੈਮੀਨਾਰ, ਕਲੀਨਿਕ ਸਮੇਂ-ਸਮੇਂ 'ਤੇ ਲਾਏ ਜਾਂਦੇ ਨੇ। ਇਸ ਤਰ੍ਹਾਂ ਨਾਲ ਇਹ ਉੱਚ ਪੱਧਰ ਦੇ ਕੋਚਾਂ ਨੂੰ ਤਿਆਰ ਕਰਨ ਦੇ ਲਈ ਵੀ ਕੰਮ ਕਰਦੀ ਹੈ। ਦੇਖੋ, 4 ਸੰਸਥਾਵਾਂ ਨੇ ਆਪਣੇ ਦੇਸ਼ ਦੇ ਵਿੱਚ ਪ੍ਰਮੁੱਖ NIS, ਜਿਵੇਂ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾ ਪਟਿਆਲਾ, ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾ ਬੰਗਲੌਰ, ਕੋਲਕਾਤਾ, ਗਾਂਧੀ ਨਗਰ। 4 ਪੂਰੇ ਸਾਡੇ ਦੇਸ਼ ਦੇ ਵਿੱਚ ਇੱਦਾਂ ਦੇ ਸੈਂਟਰ ਸਥਾਪਿਤ ਕੀਤੇ ਗਏ ਨੇ, ਜਿਹੜੇ ਚਾਰੇ ਦਿਸ਼ਾਵਾਂ 'ਚ, ਉੱਤਰ, ਦੱਖਣ, ਪੂਰਬ, ਪੱਛਮ, ਚਾਰੇ ਦਿਸ਼ਾਵਾਂ ਦੇ ਵਿੱਚ ਇੱਕ ਇੱਕ ਖੇਤਰ ਸਥਾਪਿਤ ਕੀਤਾ ਗਿਆ, ਜਿਹਦੇ 'ਚ ਹਰ ਇੱਕ ਪੱਧਰ ਦੇ ਕੋਚਾਂ ਨੂੰ, ਉੱਚ ਪੱਧਰ ਦੇ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ ਹੈ। ਖੇਡ ਵਿੰਗ ਦਾ ਸਮੁੱਚੇ ਭਾਰਤ ਦੇ ਵਿੱਚ ਕੰਮ ਕਰਦੇ ਵੱਖ-ਵੱਖ ਖੇਡਾਂ ਦੇ ਕੋਚਾਂ ਦੀ ਨਿਗਰਾਨੀ ਕਰਨਾ, ਵੱਖ-ਵੱਖ ਖੇਡਾਂ ਦੇ ਸੁਚੱਜੇ ਢੰਗ ਨਾਲ ਕੰਮ ਕਰਨਾ। ਕੇਂਦਰੀ ਵਿੰਗ ਹੈ ਜਿਹੜਾ ਉਹ ਦਿੱਲੀ, ਉੱਤਰੀ ਵਿੰਗ ਸੋਨੀਪਤ, ਦੱਖਣੀ ਵਿੰਗ ਬੰਗਲੌਰ, ਪੂਰਬੀ ਵਿੰਗ ਕੋਲਕਾਤਾ, ਪੱਛਮੀ ਵਿੰਗ ਗਾਂਧੀ ਨਗਰ, ਇਹ ਵਿੰਗ ਸਥਾਪਿਤ ਕਰਕੇ ਖੇਡਾਂ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ। ਸਰੀਰਕ ਸਿੱਖਿਆ ਵਿੰਗ, ਸਰੀਰਕ ਸਿੱਖਿਆ ਵਿੰਗ ਦੇ ਅਧੀਨ ਸਰੀਰਕ ਸਿੱਖਿਆ ਦੇ ਰਾਸ਼ਟਰੀ ਕਾਰਜ ਆਉਂਦੇ ਨੇ, ਜਿਨ੍ਹਾਂ ਦਾ ਮੁੱਖ ਮਕਸਦ ਸਰੀਰਕ ਸਿੱਖਿਆ ਦੇ ਚੰਗੇ ਅਧਿਆਪਕ ਪੈਦਾ ਕਰਨਾ, ਇਸ ਖੇਤਰ ਵਿੱਚ ਨਵੀਆਂ ਖੋਜਾਂ ਕਰਨਾ ਹੈ। ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਤਿਰਵਨੰਤਪੁਰਮ, ਕੇਰਲਾ ਦੇ ਵਿੱਚ ਸਥਾਪਿਤ ਕੀਤਾ ਗਿਆ, ਜਿਹੜਾ ਸਰੀਰਕ ਸਿੱਖਿਆ ਵਿੰਗ ਦੇ ਨਾਲ ਸੰਬੰਧਿਤ ਸੰਸਥਾ ਹੈ। ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ, ਹੁਣ ਇਸ ਕਾਲਜ ਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ। ਜਾਇਦਾਦਾਂ ਜਾਂ ਸਟੇਡੀਅਮ ਵਿੰਗ ਕਿਹੜੇ ਨੇ? ਇਸ ਵਿੰਗ ਦੇ ਅਧੀਨ ਸਾਏ ਦੀ ਜਾਇਦਾਦ, ਸਟੇਡੀਅਮ, ਮੈਦਾਨਾਂ ਦੀ ਦੇਖਭਾਲ ਕਰਨਾ, ਲੋੜ ਮੁਤਾਬਕ ਉਹਨਾਂ ਦੀ ਉਸਾਰੀ ਕਰਨਾ ਕੰਮ ਆਉਂਦਾ। ਉਸ ਤੋਂ ਬਾਅਦ ਆਉਂਦਾ ਸਕੀਮ ਵਿੰਗ। ਇਸ ਵਿੰਗ ਦੇ ਅਧੀਨ ਭਾਰਤ ਵਿੱਚ ਚੱਲਦੀਆਂ ਸਾਰੀਆਂ ਖੇਡਾਂ ਦੀਆਂ ਸਕੀਮਾਂ ਹੁੰਦੀਆਂ ਨੇ, ਉਹਨਾਂ ਦਾ ਸੰਚਾਲਨ, ਦੇਖ ਰੇਖ ਇਸ ਵਿੰਗ ਦੇ ਕਾਰਜ ਖੇਤਰ ਦੇ ਅਧੀਨ ਆਉਂਦਾ। ਇਸ ਦੀ ਕਾਰਜਕਾਰੀ ਨੂੰ ਭਾਰਤੀ ਖੇਡ ਖੇਤਰ ਦੇ ਵਿੱਚ ਸੁਧਾਰਿਆ ਗਿਆ। ਰਾਸ਼ਟਰੀ ਖੇਡ ਟੈਲੈਂਟ ਕੰਸਟੈਂਟ, ਨੈਸ਼ਨਲ ਪ੍ਰੋਜੈਕਟ ਵਿਕਾਸ ਖੇਤਰ, ਸਪੈਸ਼ਲ ਖੇਡ ਖੇਤਰ, ਸਾਈ ਸਪੋਰਟਸ ਹੋਟਲ ਆਦਿ ਸੰਸਥਾਵਾਂ ਇਹਦੇ 'ਚ ਖੇਤਰ 'ਚ ਆਉਂਦੀਆਂ ਨੇ। ਟੀਮ ਵਿੰਗ, ਇਹ ਵਿੰਗ ਦੇ ਅਧੀਨ ਰਾਸ਼ਟਰੀ ਟੀਮਾਂ ਦੇ ਲਈ ਉੱਚ ਪੱਧਰ ਦੀ ਸਿਖਲਾਈ, ਆਧੁਨਿਕ ਸਾਜੋ ਸਮਾਨ, ਖੁਰਾਕ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ ਨੇ। ਡੋਪਿੰਗ ਕੰਟਰੋਲ ਪ੍ਰੋਜੈਕਟ ਵੀ ਇਸ ਵਿੰਗ ਅਧੀਨ ਆਉਂਦਾ। ਭਾਰਤੀ ਓਲੰਪਿਕ ਐਸੋਸੀਏਸ਼ਨ, 1919 ਦੇ ਵਿੱਚ ਭਾਰਤ ਦੇ ਵਿੱਚ ਕਹਿੰਦੇ ਓਲੰਪਿਕ ਲਹਿਰ ਦੀ ਸ਼ੁਰੂਆਤ ਹੁੰਦੀ ਹੈ। ਸਰ ਦੋਰਾਬਜੀ ਜਮਸ਼ੇਦਜੀ ਟਾਟਾ ਦੁਆਰਾ ਖੇਡ ਪ੍ਰੇਮ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਦਿੱਤੇ ਗਏ ਪੈਸਿਆਂ ਨਾਲ ਹੋਈ। ਭਾਰਤੀ ਓਲੰਪਿਕ ਐਸੋਸੀਏਸ਼ਨ ਬਣਦੀ ਹੈ ਫਰਵਰੀ 1920 ਦੇ ਵਿੱਚ। ਕੌਮਾਂਤਰੀ ਓਲੰਪਿਕ ਕਮੇਟੀ ਦੁਆਰਾ ਭਾਰਤ ਨੂੰ ਸਿੱਧੇ ਤੌਰ 'ਤੇ ਆਗਿਆ ਦਿੱਤੀ ਜਾਂਦੀ ਹੈ ਉਚਿਤ ਪ੍ਰਬੰਧ ਕੀਤੇ ਜਾ ਸਕਣ। ਦੋਰਾਬਜੀ ਨੇ ਇੱਕ ਛੋਟੀ ਜਿਹੀ ਕਮੇਟੀ ਬਣਾ ਕੇ ਅਪ੍ਰੈਲ 1920 'ਚ ਪੂਨੇ ਦੇ ਵਿੱਚ ਕੁਝ ਖਿਡਾਰੀਆਂ ਦੀ ਚੋਣ ਕੀਤੀ। ਚੰਗੇ ਖਿਡਾਰੀਆਂ ਨੇ ਉਹਨਾਂ ਨੇ ਪ੍ਰਦਰਸ਼ਨ ਕੀਤਾ। ਦੋਰਾਬਜੀ ਨੇ ਡਾਕਟਰ AG ਨਿਊਹਰਨ ਦੀ ਸਹਾਇਤਾ ਦੇ ਨਾਲ ਖੇਡ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਫੈਸਲਾ ਕੀਤਾ।
3 ਫਰਵਰੀ ਤੋਂ ਲੈ ਕੇ 5 ਫਰਵਰੀ 1927 ਈਸਵੀ ਤੱਕ ਵੱਖ-ਵੱਖ ਰਾਜਾਂ ਤੋਂ ਪ੍ਰਤੀਨਿਧੀ ਕੋਲਕਾਤਾ ਦੇ ਵਿੱਚ ਇਕੱਠੇ ਹੁੰਦੇ ਨੇ। ਉਸ ਸਭਾ ਦੀ ਪ੍ਰਧਾਨਗੀ ਸਰ ਦੋਰਾਬਜੀ ਟਾਟਾ ਕਰਦੇ ਨੇ ਤੇ ਉਸ ਸਭਾ ਦੇ ਵਿੱਚ ਇੱਕ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਕੀਤਾ ਜਾਂਦਾ ਹੈ। ਇੱਥੇ ਹੀ ਇਸ ਦੀ ਇੱਕ ਕਾਰਜਕਾਰਨੀ ਦੀ ਚੋਣ ਹੁੰਦੀ ਹੈ। ਇਸ ਐਸੋਸੀਏਸ਼ਨ ਦਾ ਸੰਵਿਧਾਨ ਬਣਾਇਆ ਜਾਂਦਾ ਹੈ। ਪਹਿਲੀ ਵਾਰ ਓਲੰਪਿਕ ਐਸੋਸੀਏਸ਼ਨ ਦਾ ਗਠਨ ਹੋਇਆ। ਸਰ ਦੋਰਾਬਜੀ ਟਾਟਾ ਇਸ ਦੇ ਪ੍ਰਧਾਨ ਨੇ ਜਿਹੜੇ ਉਹ ਡਾਕਟਰ ਏ.ਜੀ. ਨਿਊਹਰਨ, ਸ਼੍ਰੀ ਡੀ.ਜੀ. ਸੌਂਪੀ ਸਕੱਤਰ ਚੁਣੇ ਜਾਂਦੇ ਨੇ। ਇਹ ਐਸੋਸੀਏਸ਼ਨਾਂ ਨੇ ਜਿਹੜੀਆਂ ਕਹਿੰਦੇ ਇਹ ਭਾਰਤ ਦੇ ਵਿੱਚ ਖਿਡਾਰੀਆਂ ਨੂੰ ਹਾਕੀ ਟੀਮ ਨੂੰ ਹਿੱਸਾ ਲੈਣ ਦੇ ਲਈ ਖਿਡਾਰੀ ਭੇਜੇ। ਓਲੰਪਿਕ ਹਾਕੀ ਮੁਕਾਬਲੇ ਵਿੱਚ ਪਹਿਲੀ ਵਾਰ ਭਾਰਤੀ ਟੀਮ ਜਿੱਤਦੀ ਹੈ। ਭਾਰਤ ਲਗਾਤਾਰ ਓਲੰਪਿਕ ਦੇ ਵਿੱਚ ਕਹਿੰਦੇ ਉਸ ਤੋਂ ਬਾਅਦ ਹਿੱਸਾ ਲੈਂਦਾ ਹੈ। 1928 ਦੇ ਵਿੱਚ ਜੇ.ਈ. ਨਿਊਹਰਨ ਨੇ ਸਕੱਤਰ ਦੇ ਅਹੁਦੇ ਤੋਂ ਜਦੋਂ ਤਿਆਗ ਪੱਤਰ ਦਿੱਤਾ ਤਾਂ ਇਸ ਦੇ ਵਿੱਚ ਸ਼੍ਰੀ ਜੀ.ਡੀ. ਸੋਧੀ ਐਸੋਸੀਏਸ਼ਨ ਸਕੱਤਰ ਬਣਦੇ ਨੇ। ਇਹ ਖੇਡਾਂ ਪਟਿਆਲਾ ਦੇ ਮਹਾਰਾਜਾ ਸਰਭਪਿੰਦਰ ਸਿੰਘ ਦੇ ਪ੍ਰਧਾਨ ਦੇ ਅਹੁਦੇ 'ਤੇ ਚੁਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਨਾਲ ਇਹ ਖੇਡਾਂ ਭਾਰਤ ਦੇ ਵਿੱਚ ਇਹ ਸੰਸਥਾਵਾਂ ਹੋਂਦ 'ਚ ਆਈਆਂ ਜਿਹਦੇ 'ਚ ਓਲੰਪਿਕ ਦੇ ਵਿੱਚ ਭਾਰਤ ਆਪਣਾ ਨਾਂ ਹੈ ਜਿਹੜਾ ਉਹ ਅੱਗੇ ਲੈ ਕੇ ਆਇਆ। ਭਾਰਤੀ ਓਲੰਪਿਕ ਐਸੋਸੀਏਸ਼ਨਾਂ ਦਾ ਉਦੇਸ਼ ਅਤੇ ਕੰਮ ਕੀ ਸੀਗਾ? ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਰੇ ਨਿਯਮਾਂ ਨੂੰ ਲਾਗੂ ਕਰਾਉਣਾ ਇਸ ਕਮੇਟੀ ਦਾ ਮੁੱਖ ਕੰਮ ਰਿਹਾ ਹੈ ਅਤੇ ਦੇਸ਼ ਦੇ ਵਿੱਚ ਰਾਸ਼ਟਰੀ ਖੇਡਾਂ ਕਰਵਾਉਣ ਦੇ ਲਈ ਉੱਦਮ ਕਰਨੇ ਇਸ ਦਾ ਮੁੱਖ ਕੰਮ ਰਿਹਾ ਹੈ। ਗੈਰ ਪੇਸ਼ਾਵਰ ਪਹੁੰਚ ਅਪਣਾਉਣ ਦੇ ਯਤਨ ਕਰਨੇ ਇਸ ਦਾ ਮੁੱਖ ਕੰਮ ਰਿਹਾ ਹੈ। ਓਲੰਪਿਕ ਐਸੋਸੀਏਸ਼ਨ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਲਈ ਟੀਮਾਂ ਭੇਜਣਾ, ਰਾਸ਼ਟਰੀ ਪੱਧਰ ਦੇ ਉੱਤੇ ਅਮਨ, ਸ਼ਾਂਤੀ, ਭਾਈਚਾਰੇ ਲਈ ਖੇਡਾਂ ਦੇ ਮਹੱਤਵ ਨੂੰ ਪ੍ਰੋਤਸਾਹਨ ਦੇਣਾ, ਰਾਜਾਂ ਦੀਆਂ ਓਲੰਪਿਕ ਐਸੋਸੀਏਸ਼ਨਾਂ ਨੂੰ ਆਪਣੇ ਅਧਿਕਾਰਤ ਰੱਖਣਾ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਨਿਯਮਾਂ ਅਧੀਨ ਕੰਮ ਕਰਵਾਉਣਾ। ਫੈਡਰੇਸ਼ਨ, ਐਸੋਸੀਏਸ਼ਨਾਂ ਅਤੇ ਸਰਕਾਰ ਦਰਮਿਆਨ ਮਾਲੀ ਮਦਦ ਦੀ ਸਿਫਾਰਿਸ਼ ਕਰਨੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਮੁਕਾਬਲਿਆਂ ਦੇ ਵਿੱਚ ਹੋਣ ਵਾਲੀਆਂ ਰਾਸ਼ਟਰੀ ਟੀਮਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਇਸ ਦਾ ਮੁੱਖ ਫਰਜ਼ ਬਣਿਆ। ਓਲੰਪਿਕ ਝੰਡੇ ਤੋਂ ਓਲੰਪਿਕ ਚਿੰਨ੍ਹ ਦੀ ਵਰਤੋਂ ਕਰਨ ਦੇ ਐਸੋਸੀਏਸ਼ਨਾਂ ਦੇ ਹੱਕਾਂ ਦੀ ਰਾਖੀ ਕਰਨਾ ਮੁੱਖ ਕੰਮ ਬਣਿਆ। ਚੰਗੇ ਆਚਰਣ, ਚੰਗੀ ਸਿਹਤ, ਚੰਗੀ ਨਾਗਰਿਕਤਾ ਦੇ ਵਿਕਾਸ ਦੇ ਲਈ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਪ੍ਰਮੁੱਖ ਕੰਮਾਂ ਦੇ ਵਿੱਚ ਇਹਦਾ ਨਾਮ ਆਉਂਦਾ ਹੈ। ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਪ੍ਰਮਾਣ ਪੱਤਰ ਪੇਸ਼ ਕਰਨ ਦੀ ਲੋੜ ਪੈਂਦੀ ਸੀ ਕਹਿੰਦੇ ਉੱਥੇ ਭਾਰਤ ਤੋਂ ਗਏ ਸਾਰੇ ਖਿਡਾਰੀ ਨੇ ਜਿਹੜੇ ਗੈਰ ਪੇਸ਼ਾਵਰ ਹੋਣ ਦਾ ਪ੍ਰਮਾਣ ਦਿੰਦੇ ਨੇ। ਭਾਵ ਕੀ ਹੈ ਗੈਰ ਪੇਸ਼ਾਵਰ? ਕਹਿੰਦੇ ਉਹ ਕਿੱਤੇ ਦੇ ਲਈ ਜਾਂ ਪੈਸੇ ਕਮਾਉਣ ਦੇ ਲਈ ਖੇਡਾਂ 'ਚ ਹਿੱਸਾ ਨਹੀਂ ਲੈ ਰਹੇ, ਉਹ ਸਿਰਫ ਇੱਕ ਚੰਗੇ ਖਿਡਾਰੀ ਬਣਨ ਦੇ ਲਈ, ਆਪਣੀ ਸਿਹਤ ਨੂੰ ਰਿਸ਼ਟ ਪੁਸ਼ਟ ਰੱਖਣ ਦੇ ਲਈ, ਆਪਣੇ ਦੇਸ਼ ਦਾ ਨਾਂ ਚਮਕਾਉਣ ਦੇ ਲਈ ਖੇਡਾਂ ਦੇ ਵਿੱਚ ਕਹਿੰਦੇ ਉਹ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਨੇ। ਇੱਦਾਂ ਦੇ ਪ੍ਰਮਾਣ ਪੱਤਰ ਦੇਣੇ ਪੈਂਦੇ ਸੀਗੇ ਕਿਉਂਕਿ ਖੇਡ ਹੈ ਜਿਹੜੀ ਉਹ ਕੋਈ ਬਿਜ਼ਨਸ ਨਹੀਂ ਹੈ, ਉਹ ਸਿਰਫ ਆਪਣੇ ਦੇਸ਼ ਨੂੰ ਉੱਚਾ ਚੁੱਕਣ ਦਾ ਇੱਕ ਵਸੀਲਾ ਦੱਸਿਆ ਜਾਂਦਾ ਹੈਗਾ। ਅਤੇ ਕੌਮਾਂਤਰੀ ਖੇਡ ਫੈਡਰੇਸ਼ਨਾਂ ਨੂੰ ਲੋੜੀਂਦੀ ਵਿੱਤੀ ਅਤੇ ਹੋਰ ਕਿਸਮ ਦੀ ਸਹਾਇਤਾ ਦੇ ਲਈ ਵੀ ਇਹਨਾਂ ਫੈਡਰੇਸ਼ਨਾਂ ਅਤੇ ਭਾਰਤ ਸਰਕਾਰ ਦਰਮਿਆਨ ਸੰਚਾਰ ਕੜੀ ਦਾ ਕੰਮ ਕਰਦੀਆਂ ਨੇ। ਬਦਸਲੂਕੀ ਕਰਨ ਵਾਲੀ ਜਾਂ ਦੇਸ਼ ਦੀਆਂ ਖੇਡਾਂ ਨੂੰ ਬਦਨਾਮ ਕਰਨ ਵਾਲੀ ਜੇਕਰ ਕੋਈ ਹਰਕਤ ਹੁੰਦੀ ਹੈ ਅਤੇ ਵਿਰੋਧ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨੀ ਵੀ ਇਹਨਾਂ ਐਸੋਸੀਏਸ਼ਨਾਂ ਦਾ ਪ੍ਰਮੁੱਖ ਕੰਮ ਹੈ। ਜਿਵੇਂ ਦੇਖੋ ਅਲੱਗ-ਅਲੱਗ ਖੇਡਾਂ ਦੇ ਨਾਲ ਅਲੱਗ-ਅਲੱਗ ਐਸੋਸੀਏਸ਼ਨਾਂ ਬਣਦੀਆਂ ਨੇ। ਕ੍ਰਿਕਟ ਨਾਲ ਸੰਬੰਧਿਤ ਹੈ BCCI ਹੈ, ICC ਹੈ, ਠੀਕ ਹੈ। ਫੁੱਟਬਾਲ ਨਾਲ ਸੰਬੰਧਿਤ ਹੈ FIFA। ਇੱਦਾਂ ਦੀਆਂ ਖੇਡ ਫੈਡਰੇਸ਼ਨਾਂ ਨੇ ਜਿਹੜੀਆਂ ਉਹ ਉਸ ਖੇਡ ਦੇ ਵਿੱਚ ਸਹੀ ਅਤੇ ਪਾਰਦਰਸ਼ਤਾ ਲਿਆਉਣ ਦਾ ਪ੍ਰਯਤਨ ਕਰਦੀਆਂ ਨੇ। ਖਿਡਾਰੀਆਂ ਨੂੰ ਇੱਕ ਤਰ੍ਹਾਂ ਨਾਲ ਸਹੀ ਅਨੁਸ਼ਾਸਨ ਦੇ ਵਿੱਚ ਰੱਖਣਾ, ਚੰਗੀ ਸਪੋਰਟਸਮੈਨਸ਼ਿਪ ਬਣਾਉਣੀ, ਨਿਯਮ ਤੈਅ ਕਰਨੇ ਉਹਨਾਂ ਦੇ ਲਈ, ਉਹਨਾਂ ਨਿਯਮਾਂ ਤੋਂ ਜੇ ਕੋਈ ਬਾਹਰ ਜਾਂਦਾ ਤਾਂ ਉਹਨਾਂ ਨੂੰ ਦੰਡ ਵਿਧਾਨ ਤੈਅ ਕਰਨਾ। ਇੱਦਾਂ ਦੇ ਕੰਮ ਨੇ ਜਿਹੜੇ ਇਹਨਾਂ ਐਸੋਸੀਏਸ਼ਨਾਂ ਦੁਆਰਾ ਕੀਤੇ ਜਾਂਦੇ ਨੇ। ਜਿੱਥੇ ਇਹ ਐਸੋਸੀਏਸ਼ਨਾਂ ਖੇਡਾਂ ਦੇ ਪ੍ਰਬੰਧ ਦੇ ਲਈ ਪੈਸੇ ਖਰਚ ਕਰਦੀਆਂ ਨੇ ਤਾਂ ਕਹਿੰਦੇ ਖੇਡਾਂ ਨੂੰ ਖੇਡ ਬਣਾ ਕੇ ਰੱਖਣ ਦੇ ਲਈ ਵੀ ਇਹਨਾਂ ਵੱਲੋਂ ਜ਼ੋਰਦਾਰ ਉਪਰਾਲੇ ਕੀਤੇ ਜਾਂਦੇ ਨੇ। ਭਾਵ ਅਨੁਸ਼ਾਸਨ ਬਣਾ ਕੇ ਰੱਖਣ ਦੇ ਲਈ ਵੀ ਉਹਨਾਂ ਵੱਲੋਂ ਜ਼ੋਰਦਾਰ ਉਪਰਾਲੇ ਕੀਤੇ ਜਾਂਦੇ ਨੇ। ਇਸ ਨੂੰ ਪਰਸਨਲੀ ਨਹੀਂ ਹੋਣ ਦਿੱਤਾ ਜਾਂਦਾ ਹੈਗਾ। ਦੇਸ਼ ਪ੍ਰੇਮ ਦੀ ਭਾਵਨਾ ਨਾਲ ਖੇਡਣਾ, ਇੱਕ ਦੂਜੇ ਨਾਲ ਪ੍ਰੇਮ ਭਾਵ ਬਣਾ ਕੇ ਰੱਖਣਾ ਖੇਡਾਂ ਦਾ ਮੁੱਖ ਹਿੱਸਾ ਜਿਹੜਾ ਉਹ ਹੁੰਦਾ ਹੈ। ਖੇਡਾਂ ਦੇ ਖੇਤਰ ਦੇ ਵਿੱਚ ਸਿਆਸੀ, ਨਸਲੀ, ਧਾਰਮਿਕ, ਆਰਥਿਕ ਦਬਾਅ ਦਾ ਟਾਕਰਾ ਕਰਨਾ, ਕਿਉਂਕਿ ਖੇਡਾਂ ਦੇ ਵਿੱਚ ਕਹਿੰਦੇ ਸਾਰੇ ਪਾਰਟ ਕਈ ਵਾਰ ਅਹਿਮ ਹਿੱਸਾ ਬਣ ਜਾਂਦੇ ਨੇ, ਪਰ ਉਹਨਾਂ ਤੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ, ਸਿਆਸੀ ਦਬਾਅ ਤੋਂ ਕਿੱਦਾਂ ਬਾਹਰ ਆਇਆ ਜਾ ਸਕਦਾ ਹੈ। ਧਾਰਮਿਕ ਵਿਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਧਰਮ ਨੂੰ ਖੇਡਾਂ ਦੇ ਵਿੱਚ ਨਹੀਂ ਲੈ ਕੇ ਆਉਣਾ। ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਉਹ ਰਹਿੰਦੇ ਨੇ,
ਇੰਨਾ ਹੋਣ ਦੇ ਬਾਵਜੂਦ ਵੀ ਕਹਿੰਦੇ ਉਸ ਧਰਮ ਨੂੰ ਖੇਡਾਂ ਤੋਂ ਦੂਰ ਰੱਖਣਾ ਕਿਵੇਂ ਰੱਖਿਆ ਜਾ ਸਕਦਾ ਹੈ, ਉਹ ਸਾਰਾ ਕੰਮ ਹੈ ਜਿਹੜਾ ਇਹਨਾਂ ਖੇਡਾਂ ਦੇ ਰਾਹੀਂ ਇਹਨਾਂ ਐਸੋਸੀਏਸ਼ਨਾਂ ਦੇ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਹਰ ਇੱਕ ਤਰ੍ਹਾਂ ਦੇ ਮੁਸੀਬਤ ਦਾ, ਹਰ ਇੱਕ ਤਰ੍ਹਾਂ ਦੇ ਜਿਹੜੇ ਪਾਰਟ ਹੁੰਦੇ ਨੇ ਉਹਨਾਂ ਦਾ ਸਾਹਮਣਾ ਕਰਨ ਦੇ ਲਈ ਖੇਡ ਐਸੋਸੀਏਸ਼ਨਾਂ ਨੇ ਜਿਹੜੀਆਂ ਉਹ ਪਹਿਲਾਂ ਤੋਂ ਹੀ ਤਿਆਰ ਨੇ, ਜਿਹੜੀਆਂ ਉਹ ਰਹਿੰਦੀਆਂ ਨੇ। ਅੱਗੇ ਆਪਾਂ ਪੜ੍ਹਦੇ ਹਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਬਣਤਰ। ਕਹਿੰਦੇ ਫਿਰ ਭਾਰਤੀ ਓਲੰਪਿਕ ਐਸੋਸੀਏਸ਼ਨ ਵੀ ਹੋਂਦ ਦੇ ਵਿੱਚ ਆਈ, ਕਿਉਂਕਿ ਜਦੋਂ ਓਲੰਪਿਕ ਖੇਡਾਂ ਦੇ ਵਿੱਚ ਭਾਰਤ ਹਿੱਸਾ ਲੈਂਦਾ ਹੈ, ਹਾਕੀ ਖਾਸ ਕਰ ਓਲੰਪਿਕ ਦੇ ਵਿੱਚ ਮੈਡਲ ਜਿੱਤਦੀ ਹੈ, ਤਾਂ ਭਾਰਤ ਦੇ ਇੱਕ ਤਰ੍ਹਾਂ ਨਾਲ ਦਬਾਅ ਬਣਿਆ ਕਿ ਉਹ ਹੋਰ ਖੇਡਾਂ ਦੇ ਵਿੱਚ ਵੀ ਖਿਡਾਰੀ ਪੈਦਾ ਕਰੇ। ਤਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਬਣਤਰ ਹੋਂਦ 'ਚ ਆਈ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀਆਂ ਨਾਲ ਸੰਬੰਧਿਤ ਹੈ ਇਹ। ਇਸ ਦਾ ਕਾਰਜਕਾਰੀ ਢਾਂਚੇ ਦੇ ਬਣਤਰ ਵੀ ਅੰਤਰਰਾਸ਼ਟਰੀ ਕਮੇਟੀਆਂ ਦੇ ਵਾਂਗ ਹੁੰਦੀ ਹੈ। ਕਿਵੇਂ? ਇੱਕ ਪ੍ਰਧਾਨ ਹੁੰਦਾ ਹੈ, 4 ਸਾਲਾਂ ਲਈ ਉਹਦਾ ਸਮਾਂ ਮੰਨਿਆ ਜਾਂਦਾ ਹੈ। ਮੀਤ ਪ੍ਰਧਾਨ 9 ਹੁੰਦੇ ਨੇ, ਉਪ ਪ੍ਰਧਾਨ 2 ਹੁੰਦੇ ਨੇ, 4 ਸਾਲਾਂ ਦੇ ਲਈ ਸਮਾਂ ਉਹਨਾਂ ਦਾ ਤੈਅ ਕੀਤਾ ਗਿਆ। ਜਨਰਲ ਸਕੱਤਰ ਹੁੰਦੇ ਨੇ, ਇੱਕ ਹੁੰਦਾ ਹੈ, 4 ਸਾਲ ਸਮਾਂ ਇਹਦਾ ਵੀ। ਸੰਯੁਕਤ ਸਕੱਤਰ 6 ਹੁੰਦੇ ਨੇ, ਇਹਨਾਂ ਦਾ ਸਮਾਂ ਵੀ ਜਿਹੜਾ 4 ਸਾਲ ਦੱਸਿਆ ਗਿਆ। ਖਜ਼ਾਨਚੀ ਹੁੰਦਾ ਇੱਕ, ਸਮਾਂ ਉਹਨਾਂ ਦਾ ਵੀ 4 ਸਾਲ ਹੈ। ਮੈਂਬਰ ਨੇ 19, ਸਮਾਂ ਉਹਨਾਂ ਦਾ ਵੀ 4 ਸਾਲ 'ਤੇ ਕੀਤਾ ਗਿਆ। ਤਾਂ ਇਸ ਤਰ੍ਹਾਂ ਦੇ ਮੈਂਬਰ, ਖਜ਼ਾਨਚੀ, ਸਕੱਤਰ, ਪ੍ਰਧਾਨ, ਮੀਤ ਪ੍ਰਧਾਨ, ਇਸ ਦੀ ਇੱਕ ਕਮੇਟੀ ਹੈ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ। ਇਸ ਨੂੰ IOC, ਅੱਗੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ, ਬੈਰਨ ਪੈਰੀ ਡੀ ਕੁਇਟਨ, ਜਿਸ ਨੂੰ ਆਧੁਨਿਕ ਓਲੰਪਿਕ ਖੇਡਾਂ ਦਾ ਪਿਤਾਮਾ ਆਖਿਆ ਜਾਂਦਾ, ਉਸ ਦੀਆਂ ਕੋਸ਼ਿਸ਼ਾਂ ਦੇ ਸਦਕਾ ਅੰਤਰਰਾਸ਼ਟਰੀ ਐਥਲੈਟਿਕ ਕਾਂਗਰਸ ਜਿਹੜੀ ਪੈਰਿਸ ਦੇ ਵਿੱਚ ਹੋਈ। ਕਾਂਗਰਸ ਦਾ ਮਤਲਬ ਆ ਪਾਰਟੀ ਨਹੀਂ ਹੈ ਕਾਂਗਰਸ, ਕਾਂਗਰਸ ਦਾ ਮਤਲਬ ਹੁੰਦਾ ਇੱਕ ਸਭਾ, ਸੰਸਥਾ, ਠੀਕ ਹੈ। ਇੱਕ ਸਭਾ ਹੋਈ ਮੰਨ ਲਓ ਪੈਰਿਸ ਦੇ ਵਿੱਚ, ਜਿਹਦੇ 'ਚ 25 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਹੋਂਦ 'ਚ ਆਉਂਦੀ ਹੈ, ਜਿਸ ਦਾ ਮੁੱਖ ਮਕਸਦ ਕੀ ਸੀ? ਓਲੰਪਿਕ ਖੇਡਾਂ ਨੂੰ ਹਰ 4 ਸਾਲ ਬਾਅਦ ਚੰਗੇ ਤਰੀਕੇ ਦੇ ਨਾਲ ਨੇਪਰੇ ਚਾੜ੍ਹਨਾ। ਓਲੰਪਿਕ ਖੇਡਾਂ 4 ਸਾਲ ਬਾਅਦ ਹੁੰਦੀਆਂ ਨੇ, ਉਸ ਨੂੰ ਸਹੀ ਢੰਗ ਨਾਲ ਚਲਾਉਣਾ। ਜਿਹੜੀ ਆਪਾਂ ਕਮੇਟੀ ਦੀ ਬਣਤਰ ਖਜ਼ਾਨਚੀ ਪਹਿਲਾਂ ਪ੍ਰਧਾਨ ਪੜ੍ਹੇ ਨੇ, ਉਹ ਕਮੇਟੀ ਹੁੰਦੀ ਹੈ। ਉਹ ਕਮੇਟੀ ਦਾ ਇੱਕ ਇਜਲਾਸ ਹੁੰਦਾ ਜਿਸ ਨੂੰ ਕਾਂਗਰਸ ਕਿਹਾ ਜਾਂਦਾ ਹੈ, ਇਕੱਠੇ ਹੁੰਦੇ ਨੇ ਸਲਾਹ ਮਸ਼ਵਰੇ ਦੇ ਲਈ। ਉਸ ਦਾ ਕੰਮ ਕੀ ਹੈ ਵੀ 4 ਸਾਲਾਂ ਦੇ ਵਿੱਚ ਕਿਵੇਂ ਆਪਾਂ ਨੇ ਇਹਨਾਂ ਓਲੰਪਿਕ ਖੇਡਾਂ ਨੂੰ ਨੇਪਰੇ ਚਾੜ੍ਹਨਾ, ਇਸ 'ਤੇ ਵਿਚਾਰ ਚਰਚਾ ਹੁੰਦਾ ਹੈ। ਅਤੇ ਪੈਰਿਸ ਦੇ ਵਿੱਚ ਇਹਨਾਂ ਦੀ ਪਹਿਲੀ ਮੀਟਿੰਗ ਹੁੰਦੀ ਹੈ। ਇਸ ਦਾ ਕਮੇਟੀ ਦਾ ਮੁੱਖ ਦਫ਼ਤਰ ਲਸਾਨੇ ਸਵਿਟਜ਼ਰਲੈਂਡ ਦੇ ਵਿੱਚ ਹੈ। ਬੈਰਨ ਪੈਰੀ ਡੀ ਕੁਇਟਨ ਵੱਲੋਂ ਉਸ ਸਮੇਂ ਦੇ ਲਈ ਖੇਡਾਂ ਦੇ ਨਾਲ ਇੱਕ ਆਦਰਸ਼ ਮੰਨਿਆ ਗਿਆ। ਓਲੰਪਿਕ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਜਿੱਤ ਪ੍ਰਾਪਤ ਕਰਨਾ ਨਹੀਂ ਹੈਗਾ, ਸਿਰਫ ਭਾਗ ਲੈਣਾ। ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਜਿੱਤ ਪ੍ਰਾਪਤ ਕਰਨਾ ਨਹੀਂ, ਸਗੋਂ ਸੰਘਰਸ਼ ਕਰਨਾ। ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਜਿੱਤਣਾ ਹੀ ਸਾਰਾ ਕੁਝ ਨਹੀਂ ਹੁੰਦਾ, ਅਸੀਂ ਹਾਰਨ ਤੋਂ ਵੀ ਬਹੁਤ ਕੁਝ ਸਿੱਖਦੇ ਹਾਂ। ਸੰਘਰਸ਼ ਕਰਨਾ ਸਿੱਖਦੇ ਹਾਂ ਅਸੀਂ ਜ਼ਿੰਦਗੀ ਤੋਂ, ਕਿਉਂਕਿ ਜੇ ਨੂੰ ਆਸਾਨੀ ਨਾਲ ਮਿਲ ਗਿਆ ਉਹਦਾ ਆਪਾਂ ਇੱਜ਼ਤ ਨਹੀਂ ਕਰਦੇ। ਜਿਹੜੀ ਚੀਜ਼ ਆਪਾਂ ਨੂੰ ਮਿਹਨਤ ਕਰੇ ਤੋਂ, ਸੰਘਰਸ਼ ਕਰੇ ਤੋਂ ਪ੍ਰਾਪਤ ਹੋਊਗੀ, ਉਸ ਚੀਜ਼ ਨੂੰ ਆਪਾਂ ਉਸੇ ਧਿਆਨ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ, ਉਸੇ ਤਰੀਕੇ ਨਾਲ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰਾਂਗੇ, ਸੰਭਾਲ ਕੇ ਰੱਖਾਂਗੇ। ਉਹ ਚੀਜ਼ਾਂ ਨੇ ਸਾਰੀਆਂ ਇਹਦੇ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੜਾਈ ਵਿੱਚ ਕਹਿੰਦੇ ਸਭ ਤੋਂ ਵੱਡੀ ਗੱਲ ਜਿੱਤ ਕੇ ਵਿਖਾਉਣਾ ਨਹੀਂ ਹੈਗਾ, ਸਗੋਂ ਚੰਗਾ ਮੁਕਾਬਲਾ ਕਰਨਾ। ਦੁਸ਼ਮਣ ਦਾ ਮੁਕਾਬਲਾ ਕਰਨਾ, ਟਾਕਰਾ ਕਰਨਾ, ਉਹ ਵੀ ਜਿੱਤ ਹੈ ਤੁਹਾਡੀ, ਜਿੱਤਣਾ ਇਕੱਲਾ ਨਹੀਂ। ਜਿਵੇਂ ਲਿਖਿਆ ਦਾ ਇੰਪੋਰਟੈਂਟ ਥਿੰਗ ਇਨ ਓਲੰਪਿਕ ਇਜ਼ ਨਾਟ ਵੈਨ ਵਟ ਯੂ ਟੇਕ ਪਾਰਟ, ਦਾ ਇੰਪੋਰਟੈਂਟ ਥਿੰਗ ਇਜ਼ ਨਾਟ ਥ੍ਰਿਮ ਵਟ ਦਾ ਸਟਰਗਲ, ਦਾ essential thing in fight is not to have the conquered but to have fought well। ਤੁਸੀਂ ਕਿੰਨਾ ਚੰਗ ਲੜੇ, ਕਹਿੰਦੇ ਇਹਦੀ ਚਰਚਾ ਜ਼ਰੂਰ ਹੁੰਦੀ ਹੈ, ਇਸ ਦੀ ਚਰਚਾ ਘੱਟ ਹੋਊਗੀ ਵੀ ਉਹ ਫਲਾਣਾ ਜਿੱਤ ਗਿਆ ਉਸ ਯੁੱਧ ਦੇ ਵਿੱਚ, ਉਹ ਨਹੀਂ ਕਿ ਉਹਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ, ਭਾਵੇਂ ਹਾਰ ਗਿਆ ਪਰ ਬਹਾਦਰੀ ਬਹੁਤ ਦਿਖਾਈ, ਬਹੁਤ ਜਣਿਆਂ ਨੂੰ ਮਾਰਿਆ ਯੁੱਧ ਦੇ ਵਿੱਚ। ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਇੰਪੋਰਟੈਂਟ ਰੋਲ ਕਰਦੀਆਂ। ਕੌਮਾਂਤਰੀ ਓਲੰਪਿਕ ਕਮੇਟੀ ਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ ਦੇ ਵਿੱਚ ਹੈ। ਜਿਸ ਦੇਸ਼ ਦੇ ਵਿੱਚ ਇੱਕ ਵਾਰ ਓਲੰਪਿਕਸ ਹੋ ਚੁੱਕੀਆਂ ਹੋਣ, ਉਸ ਦੇਸ਼ ਨੂੰ ਇਸ ਕਮੇਟੀ ਦੇ 2 ਮੈਂਬਰ ਨਾਮਜ਼ਦ ਕਰਨ ਦਾ ਮਾਣ ਬਖਸ਼ਿਆ ਜਾਂਦਾ ਹੈ। ਭਾਰਤ ਦੇ ਸਰ ਦੋਰਾਬਜੀ, ਜਮਸ਼ੇਦਜੀ ਟਾਟਾ, ਸ਼੍ਰੀ ਪ੍ਰੋਫੈਸਰ GD ਸੌਦੀ, ਰਾਜਾ ਭਲਪਿੰਦਰ ਸਿੰਘ, ਰਣਧੀਰ ਸਿੰਘ ਨੂੰ 1920, 32, 47, 2001 ਦੇ ਵਿੱਚ ਕਮੇਟੀ ਦੇ ਮੈਂਬਰ ਬਣਨ ਦਾ ਮਾਣ ਹਾਸਲ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਕੰਮ ਅਤੇ ਉਦੇਸ਼ ਕੀ ਨੇ?
ਹਰ 4 ਸਾਲਾਂ ਦੇ ਬਾਅਦ ਓਲੰਪਿਕ ਖੇਡਾਂ ਦੇ ਸਥਾਨ ਸੁਚੱਜੇ ਢੰਗ ਨਾਲ ਪ੍ਰਬੰਧ ਕਰਾਉਣੇ, ਖੇਡਾਂ ਦੇ ਵਿੱਚ ਗੈਰ ਪੇਸ਼ਾਵਰ ਪਹੁੰਚ ਨੂੰ ਉਚਿਤਮ ਸਥਾਨ ਤੱਕ ਬਣਾ ਕੇ ਰੱਖਣਾ, ਖੇਡਾਂ ਨੂੰ ਹਮੇਸ਼ਾ ਅਮਨ ਸ਼ਾਂਤੀ ਭਾਈਚਾਰੇ ਦਾ ਪ੍ਰਤੀਕ ਬਣਾ ਕੇ ਰੱਖਣਾ, ਖੇਡਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਖੇਡਾਂ ਦੇ ਵਿੱਚ ਦਿਲਚਸਪੀ ਬਣਾਉਣ ਬਣੇ ਨਿਯਮ ਬਣਾਉਣੇ, ਓਲੰਪਿਕ ਹਫ਼ਤਾ ਮਨਾਉਣ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉੱਦਮ ਕਰਨੇ, ਖੇਡਾਂ ਦੀਆਂ ਥਾਵਾਂ ਦੀ ਚੋਣ ਕਰਨੀਆਂ, ਤਰੀਕਾਂ ਤੈਅ ਕਰਨੀਆਂ, ਇਹਨਾਂ ਮੁਕਾਬਲਿਆਂ ਦੇ ਲਈ ਨਿਯਮ ਤਿਆਰ ਕਰਨੇ। ਇਹ ਸਾਰੇ ਕੰਮ ਅੰਤਰਰਾਸ਼ਟਰੀ ਜਿਹੜੀ ਆਪਣੀ ਓਲੰਪਿਕ ਕਮੇਟੀ ਆ ਉਹ ਕਰਦੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਬਣਤਰ ਪਿੱਛੇ ਆਪਾਂ ਕਰਕੇ ਆਏ ਹਾਂ। ਅੰਤਰਰਾਸ਼ਟਰੀ ਕਮੇਟੀ ਜਦੋਂ ਹੋਣ ਚਾਹੀਦੀ ਉਹਦੇ 'ਚ ਸਿਰਫ ਕਹਿੰਦੇ 15 ਮੈਂਬਰ ਲਏ ਗਏ। ਬਾਅਦ ਦੇ ਵਿੱਚ ਓਲੰਪਿਕ ਕਮੇਟੀ ਜਦੋਂ ਰਾਸ਼ਟਰੀ ਓਲੰਪਿਕ ਕਮੇਟੀਆਂ ਹੋਂਦ 'ਚ ਆਉਂਦੀਆਂ ਗਈਆਂ ਤਾਂ ਉਹਨਾਂ ਤੋਂ ਬਹੁਤ ਸਾਰੇ ਮੈਂਬਰ ਨੇ ਇੱਕ ਇੱਕ ਕਰਕੇ ਲੈਣੇ ਸ਼ੁਰੂ ਕਰ ਦਿੱਤੇ ਗਏ। ਜੇ ਪਰ ਕੁਝ ਦੇਸ਼ਾਂ ਦੇ 2 ਨੁਮਾਇੰਦੇ, ਕਿਸੇ ਦਾ 1 ਨੁਮਾਇੰਦਾ ਇਸ ਅੰਤਰਰਾਸ਼ਟਰੀ ਓਲੰਪਿਕ ਕਮੇਟੀ 'ਚ ਸ਼ਾਮਲ ਕੀਤਾ ਗਿਆ। ਕਾਰਜਕਾਰਨੀ ਬਣਤਰ ਸੀ ਜਿਹੜਾ ਇੱਕ ਪ੍ਰਧਾਨ 8 ਸਾਲਾਂ ਲਈ ਸਮਾਂ ਤੈਅ ਕੀਤਾ ਗਿਆ, ਫਿਰ ਉਪ ਪ੍ਰਧਾਨ 2 ਸਾਲਾਂ ਲਈ ਸਮਾਂ 2, ਇਹਨਾਂ ਦੇ ਸਮਾਂ 4 ਸਾਲਾਂ ਲਈ ਬਣਾਇਆ। ਜਨਰਲ ਸਕੱਤਰ 1 ਬਣਿਆ ਜਿਹੜਾ ਸਾਰਾ ਕੰਮ ਸਕੱਤਰਾਂ ਦੁਆਰਾ ਕੀਤਾ ਜਾਂਦਾ ਹੈ। ਮੈਂਬਰ 4 ਓਲੰਪਿਕ ਕਮੇਟੀ ਦੇ ਮੈਂਬਰਾਂ ਵਿੱਚੋਂ ਉੱਪਰ ਦਿੱਤਾ ਕਾਰਜਕਾਰੀ ਬੋਰਡ ਚੁਣਿਆ ਜਾਂਦਾ ਸੀ ਜਿਹੜਾ ਸਾਰਾ ਕੰਮ ਤਰਤੀਬ ਨਾਲ ਸੀ ਜਿਹੜਾ ਉਹ ਚਲਾਉਂਦਾ ਸੀ। ਇਸ ਤਰ੍ਹਾਂ ਨਾਲ ਅੰਤਰਰਾਸ਼ਟਰੀ ਇਹ ਓਲੰਪਿਕ ਕਮੇਟੀ ਹੈ ਜਿਹੜੀ ਉਹ ਇਹਨਾਂ ਖੇਡਾਂ ਦਾ ਸੰਚਾਲਨ ਕਰਦੀ ਹੈ। ਇਹਦੇ 'ਚ ਆਪਾਂ ਨੇ ਪੜ੍ਹਿਆ ਕਿਵੇਂ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਹੈ ਜਿਹੜੀ ਉਹ ਪ੍ਰੋਗਰੈਸ ਕਰਦੀ ਹੈ। ਸਰਕਾਰਾਂ ਦੇ ਵੱਲੋਂ ਕੀ ਉਪਰਾਲੇ ਨੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਨੂੰ ਉੱਪਰ ਚੁੱਕਣ ਦੇ ਲਈ ਕੀਤੇ ਜਾਂਦੇ ਨੇ ਅਤੇ ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਹੋਂਦ 'ਚ ਆਈਆਂ। ਇੱਕ ਆਪਣਾ ਸ਼ਾਰਟ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਆਪਾਂ ਪਿੱਛੇ ਪੜ੍ਹਿਆ, NIS ਨੇਤਾ ਜੀ ਰਾਸ਼ਟਰੀ ਖੇਡ ਸਪੋਰਟਸ ਸੰਸਥਾ ਜਿਹੜੀ ਦੇਸ਼ ਦੇ ਵਿੱਚ 4 ਨੇ ਜਿਹੜੀਆਂ ਆਪਣੀਆਂ, ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੜ੍ਹਨਾ। ਇੱਕ ਆਪਣੇ ਨੇੜਲੇ ਇਲਾਕੇ ਪਟਿਆਲਾ 'ਚ ਹੀ ਪਾਈ ਜਾਂਦੀ ਹੈ। ਪਟਿਆਲਾ ਦੇ ਵਿੱਚ ਵੀ NIS ਆਪਣੇ ਇੱਧਰਲੇ ਪਾਸੇ ਪੈਂਦੀ ਹੈ ਮੋਤੀ ਮਹਿਲ ਵਾਲੀ ਸਾਈਡ, ਤਾਂ ਉੱਥੇ ਤੁਸੀਂ ਦੇਖ ਵੀ ਸਕਦੇ ਹੋ। ਇੱਥੋਂ ਬਹੁਤ ਸਾਰੇ ਖਿਡਾਰੀ ਤਿਆਰ ਹੋਏ। ਕ੍ਰਿਕਟਰ ਯੁਵਰਾਜ ਸਿੰਘ ਇੱਥੋਂ ਤਿਆਰ ਹੋਇਆ, ਨਵਜੋਤ ਸਿੱਧੂ ਇਸ ਤੋਂ ਤਿਆਰ ਹੋਇਆ, ਮੁੱਕੇਬਾਜ਼ ਬਜਿੰਦਰ ਹਰਿਆਣੇ ਦਾ ਸੁਣਿਆ ਹੋਣਾ ਤੁਸੀਂ ਨੇ, ਉਹ ਇਸ ਸੰਸਥਾ ਤੋਂ ਤਿਆਰ ਹੋਇਆ, ਇੱਥੇ ਖੇਡਦੇ ਨੇ। ਇਸ ਨੇ ਵੀ ਬਹੁਤ ਸਾਰੇ ਖਿਡਾਰੀ ਦਿੱਤੇ ਨੇ ਉੱਤਰੀ ਭਾਰਤ ਦੇ ਵਿੱਚੋਂ, ਇਸ ਲਈ ਇਹਨੇ ਸੰਸਥਾਵਾਂ ਹੋਂਦ 'ਚ ਆਈਆਂ ਜਿਹੜੀਆਂ ਸਾਡੇ ਦੇਸ਼ ਦੇ ਲਈ ਮਾਣ ਬਣਦੀਆਂ ਨੇ, ਖਿਡਾਰੀਆਂ ਦੇ ਲਈ ਮਾਣ ਬਣਦੀਆਂ ਨੇ। ਤਾਂ ਇਹ ਸੀਗਾ ਆਪਣਾ ਤੀਸਰਾ ਚੈਪਟਰ। ਬੜੇ ਧਿਆਨ ਨਾਲ ਇਸ ਨੂੰ ਆਪਾਂ ਨੇ ਕਰਨਾ ਹੈ ਅਤੇ ਕੋਸ਼ਿਸ਼ ਕੀਤੀ ਹੋਈ ਹੈ ਕਿ ਇਸ ਨੂੰ ਡੀਪਲੀ ਕਰਵਾਇਆ ਜਾਵੇ। ਆਪਦੇ ਵੱਲੋਂ ਪੂਰਾ ਡੀਪਲੀ ਜਿਹੜਾ ਇਹ ਕੁਐਸਚਨ ਤੁਹਾਨੂੰ ਕਰਾਏ ਨੇ। ਵੱਡੇ ਕੁਐਸਚਨ, ਸ਼ਾਰਟ ਕੁਐਸਚਨ ਜਿਹੜੇ ਆਪਾਂ ਅੰਤਰਰਾਸ਼ਟਰੀ ਓਲੰਪਿਕ ਸੰਘ ਜਾਂ NSAI ਬਾਰੇ ਆਪਾਂ ਨੇ ਪੜ੍ਹਿਆ ਸੀਗਾ, ਇਹ ਸਾਰੇ ਸ਼ਾਰਟ ਕੁਐਸਚਨ ਵੀ ਤੁਹਾਡੇ ਯਾਦ ਰਹਿਣ, ਇੰਪੋਰਟੈਂਟ ਕੁਐਸਚਨ ਨੇ ਇਹ, ਠੀਕ ਹੈ। ਆਜ਼ਾਦੀ ਤੋਂ ਬਾਅਦ ਵਾਲੇ ਜਿਹੜੇ ਨੇ ਉਹ ਜ਼ਿਆਦਾ ਇੰਪੋਰਟੈਂਟ ਸ਼ਾਰਟ ਕੁਐਸਚਨ ਨੇ ਜਿਹੜੇ ਉਹ ਪੈਂਦੇ ਨੇ, ਇਸ ਲਈ ਸਾਰਿਆਂ ਨੇ ਬੜੇ ਧਿਆਨ ਨਾਲ ਇਹਨਾਂ ਨੂੰ ਪੜ੍ਹ ਕੇ ਰੱਖਣਾ ਅਤੇ ਅਗਲਾ ਚੈਪਟਰ ਜਿਹੜਾ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਧੰਨਵਾਦ ਜੀ।